ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਅੱਜ ਦੇ ਸੈਗਮੈਂਟ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਸੁਲੇਮਾਨ ਹਾਸ਼ਮੀ ਨਾਲ, ਜਿਹੜੇ ਕਿ ਇੱਕ ਨਾਮਵਰ ਲਾਇਰ ਹਨ ਅਤੇ ਅੱਜ ਸਾਡੇ ਨਾਲ ਗੱਲਬਾਤ ਕਰਨਗੇ estate planning ਦੇ ਸੰਬੰਧ ਵਿੱਚ। ਆਓ ਸਵਾਗਤ ਕਰਦੇ ਹਾਂ ਸੁਲੇਮਾਨ ਹਾਸ਼ਮੀ ਦਾ। ਜੀ ਆਨੰਦ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਜੀ। ਕੀ ਹਾਲ ਹੈ? ਸੋ ਸਭ ਤੋਂ ਬਹੁਤ ਵਧੀਆ ਜੀ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਗੱਲਬਾਤ ਕਰੀਏ estate planning ਦੀ। ਜਦ ਗੱਲ ਕਰਦੇ ਹਾਂ ਇਹਨਾਂ ਮੁਲਕਾਂ 'ਚ ਖਾਸ ਤੌਰ 'ਤੇ estate planning ਦੀ ਕੀ ਅਹਿਮੀਅਤ ਹੈ ਜੀ? ਐਕਚੁਅਲੀ ਇੰਟਰਸਟਿੰਗ ਹੈ ਹਰਪ੍ਰੀਤ ਜੀ ਕਿ ਤੁਸੀਂ ਮੈਨੂੰ ਇਹ ਸਵਾਲ ਪੁੱਛਿਆ ਹੈ, ਕਿਉਂਕਿ ਖਾਸ ਤੌਰ 'ਤੇ ਸਾਡੇ ਕਮਿਊਨਿਟੀ 'ਚ ਲੋਕਾਂ ਨੂੰ ਅੰਦਾਜ਼ਾ ਨਹੀਂ ਆਉਂਦਾ ਕਿ estate planning ਕਿੰਨਾ ਜ਼ਰੂਰੀ ਹੈ ਤੇ ਕਿੰਨਾ ਇੰਪੋਰਟੈਂਟ ਹੈ। ਓਕੇ, ਰੀਜ਼ਨ ਇਹ ਹੈਗੀ ਹੈ, ਤੇ ਮੈਨੂੰ ਸਵਾਲ ਵੀ ਬੜੇ ਆਉਂਦੇ ਨੇ। ਰੀਜ਼ਨ ਇਹ ਹੈਗੀ ਹੈ ਕਿ ਇੰਡੀਆ ਪਾਕਿਸਤਾਨ 'ਚ ਇਟਸ ਅ ਟੋਟਲੀ ਡਿਫਰੈਂਟ ਸਟੋਰੀ। ਉੱਥੇ ਜੋ ਲਾਜ਼ ਨੇ, ਉੱਥੇ ਰਿਸ਼ਤੇਦਾਰ ਵਗੈਰਾ ਵੀ ਪੈ ਸਕਦੇ ਨੇ, ਇਹ ਉਹ ਜੀ। ਇੱਥੇ ਦ ਲਾਅ ਇਜ਼ ਕੰਪਲੀਟਲੀ ਡਿਫਰੈਂਟ। ਓਕੇ, ਖਾਸ ਤੌਰ 'ਤੇ ਸਾਡੀ ਜਿਹੜੀ ਕਮਿਊਨਿਟੀ ਹੈ, ਲੋਕੀ ਬਹੁਤ ਮਿਹਨਤ ਕਰਕੇ ਆਪਣਾ ਬਣਾਉਂਦੇ ਨੇ। ਉਹ ਕਹਿੰਦੇ ਨੇ ਅਸੀਂ ਘਰ ਲੈਣਾ ਹੈ, ਅਸੀਂ ਬੈਂਕ 'ਚ ਪੈਸੇ ਰੱਖਣੇ ਨੇ, RSP ਵਗੈਰਾ ਕਰਨਾ ਹੈ। ਫਿਰ ਉਹ ਪੈਸੇ ਕਿੱਥੇ ਜਾਂਦੇ ਨੇ? ਦੈਟਸ ਅ ਬਿਗ ਕੁਐਸਚਨ ਐਂਡ ਦੈਟ ਇਜ਼ estate planning। ਓਕੇ, ਸੋ ਹੁਣ ਇਹਦੇ ਵਿੱਚ ਜਦੋਂ ਅਸੀਂ ਕਹਿੰਦੇ ਹਾਂ ਕਿ ਜੋ ਕੁਝ ਅਸੀਂ ਕੀਤਾ ਜੀਵਨ ਭਰ ਦੀ ਅਸੀਂ ਮਿਹਨਤ ਕੀਤੀ, ਆਫਟਰ ਆਲ ਡੈਥ ਇਜ਼ ਅ ਰਿਐਲਿਟੀ, ਐਵਰੀਵਨ ਹੈਜ਼ ਟੂ ਪਾਸ ਵਨ ਡੇ, ਬਟ ਇਹਦੀ ਪਲੈਨਿੰਗ ਦੀ ਜਦ ਗੱਲ ਕਰਦੇ ਹਾਂ, ਉਹਦੀ ਕਿਸ ਤਰ੍ਹਾਂ ਪਲੈਨਿੰਗ ਕਰਨੀ, ਇਹਦੇ ਬਾਰੇ ਦੱਸੋ ਤੁਸੀਂ। ਰਾਈਟ, ਇਹਦਾ ਸਿੰਪਲ ਇਹ ਹੈਗਾ ਹੈ ਭਾਜੀ ਕਿ ਐਂਡ ਕਮਿਊਨਿਟੀ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਅਗਰ ਤੁਸੀਂ ਪਲੈਨਿੰਗ ਨਹੀਂ ਕਰੋਗੇ, ਕਈ ਚੀਜ਼ਾਂ ਹੋ ਸਕਦੀਆਂ ਨੇ ਜੀ। There is the law says, it states that if you do not have a will, things will pass a certain way. ਅਗਰ ਤੁਸੀਂ ਵਸੀਅਤ ਨਹੀਂ ਕਰੋਗੇ, ਇੱਕ ਲੀਗਲ ਤਰੀਕੇ ਨਾਲ ਚੀਜ਼ਾਂ ਪਾਸ ਕਰਨਗੀਆਂ। ਲੇਕਿਨ ਅਕਸਰ ਜਿਹੜੇ ਲੋਕੀ ਨੇ ਉਹ ਨਹੀਂ ਚਾਹੁੰਦੇ ਕਿ ਇੰਝ ਜਾਵੇ ਜੀ, ਠੀਕ ਹੈ। ਤੇ ਇਸ ਵਾਸਤੇ ਤੁਹਾਨੂੰ ਵਸੀਅਤ ਚਾਹੀਦੀ ਹੈ। You need a will। ਸਾਰਿਆਂ ਤੋਂ ਜ਼ਿਆਦਾ ਜ਼ਰੂਰੀ ਇਹ ਚੀਜ਼ ਹੈ ਕਿ ਇਹਦੇ ਬਾਰੇ 'ਚ ਸੋਚੋ। ਵਿਲ ਦੀ ਜਦ ਗੱਲ ਕਰਨੇ, ਵਸੀਅਤ ਦੀ ਜਿਹੜੀ ਗੱਲ ਕਰਨੇ, ਵਸੀਅਤ ਦੀ ਜਿਹੜੀ ਇੰਪੋਰਟੈਂਸ ਤੁਸੀਂ ਕਿਹਾ ਕਿ ਬਹੁਤ ਹੈ, ਕਿ ਉਹਦੇ ਬੇਸਿਸ ਦੇ ਉੱਤੇ ਹੀ ਤੁਹਾਡੇ ਜਿਹੜੇ ਜੋ ਵੀ ਐਸੈਟਸ ਹੈਗੇ ਨੇ ਬਾਅਦ ਦੇ ਵਿੱਚ ਡਿਸਟਰੀਬਿਊਟ ਹੋਣੇ ਨੇ। ਸੋ ਆਈ ਵੁੱਡ ਲਾਈਕ ਕਿ ਵਿਦ ਯੋਰ ਐਕਸਪੀਰੀਅੰਸ ਜਿਹੜਾ ਤੁਸੀਂ ਡੀਲ ਕਰਦੇ ਹੈਗੇ ਹੋ, ਲੈਟਸ ਟੇਕ ਐਨ ਐਗਜ਼ਾਮਪਲ ਤਾਂ ਕਿ ਸਾਡੇ ਦਰਸ਼ਕਾਂ ਨੂੰ ਈਜ਼ੀ ਹੋ ਜਾਏ ਸਮਝਣਾ। ਐਪਲ ਟੂ ਐਪਲ ਆਪਾਂ ਕੰਪੇਅਰ ਕਰਨੇ, ਇੱਕ ਵਿਅਕਤੀ ਨੇ ਸਪੋਜ਼ ਉਹਦੇ ਕੋਲ $1 ਮਿਲੀਅਨ ਦਾ ਘਰ ਹੈਗਾ, ਮਿਲੀਅਨ ਹੀ ਆਪਾਂ ਜਸਟ ਫॉर ਸਿੰਪਲ ਕੈਸ਼ ਵੀ $1 ਮਿਲੀਅਨ ਹੈਗਾ, ਔਰ ਐਸੈਟਸ ਯੂਜ਼ ਕਰਕੇ ਉਹਦੀ ਮਤਲਬ ਜਿਹੜੀ ਟੋਟਲ ਵੈਲਿਊ ਜਿਹੜੀ 5 ਮਿਲੀਅਨ ਹੈਗੀ। ਇੱਕ ਬੰਦੇ ਨੇ ਵਸੀਅਤ ਕਰਵਾਈ, ਇੱਕ ਬੰਦੇ ਨੇ ਨਹੀਂ ਕਰਵਾਈ, ਡੈਥ ਹੋ ਜਾਂਦੀ, ਕੀ ਹੁੰਦਾ ਹੈ ਜੀ? ਅੱਛਾ, ਇਹਦੇ ਉੱਤੇ ਪਹਿਲੇ ਇਹ ਚੀਜ਼ ਹੈ ਕਿ ਤੁਸੀਂ ਚਾਹੁੰਦੇ ਕੀ ਹੋ ਕਿ ਕਿਹਨੂੰ ਸਾਰਾ ਕੁਝ ਜਾਏ ਜੀ, ਠੀਕ ਹੈ। ਅਕਸਰ ਇਹ ਹੁੰਦਾ ਵਸੀਅਤ 'ਚ ਲੋਕੀ ਲਿਖਦੇ ਨੇ ਕਿ ਖੁਦਾ ਨਾ ਖਾਸਤਾ ਮੈਨੂੰ ਕੁਛ ਹੋ ਜਾਏ। ਅਗਰ ਔਰਤ ਹੈ ਉਹ ਕਹੇਗੀ ਮੇਰੇ ਖਾਵਨ ਨੂੰ ਜਾਏ ਜੀ, ਅਗਰ ਬੰਦਾ ਹੈ ਉਹ ਕਹੇਗਾ ਮੇਰੀ ਬੀਵੀ ਨੂੰ ਜਾਏ। ਓਕੇ, ਜੇ ਵਸੀਅਤ ਨਹੀਂ ਲਿਖੀ ਤਾਂ ਕੀ ਇਹ ਸਮਝ ਵਾਲੀ ਗੱਲ ਨਹੀਂ ਹੈਗੀ ਕਿ ਆਟੋਮੈਟਿਕਲੀ ਉਹ ਚਲੇ ਜਾਏਗਾ? ਨੋ। ਓਕੇ, ਯਾ ਨੋ, ਇੱਕ ਹੱਦ ਤੱਕ ਜਾਏਗਾ ਜੀ, ਇੱਕ ਹੱਦ ਤੱਕ ਇੱਕ ਲਿਮਿਟ ਹੁੰਦੀ ਹੈ, ਉਹ ਵੀ ਇੰਨੀ ਹਾਈ ਨਹੀਂ ਗੀ। ਲੇਕਿਨ ਬਾਕੀ ਜਿਹੜਾ ਇਟ ਵਿਲ ਪਾਸ ਅਕੋਰਡਿੰਗ ਟੂ ਦ ਲਾਅ। ਤੇ ਬੱਚਿਆਂ ਨੂੰ ਕੁਛ ਜਾਏਗਾ, ਸ਼ਾਇਦ ਰਿਸ਼ਤੇਦਾਰਾਂ ਨੂੰ ਵੀ ਕੁਛ ਚਲਾ ਜਾਏ। ਐਂਡ ਅਕਸਰ ਇਹੀ ਹੁੰਦਾ ਹੈ, ਜਿਹੜੀ ਸਿੰਪਲ ਵਸੀਅਤ ਇਹੀ ਹੁੰਦੀ ਹੈ ਕਿ ਅਗਰ ਜਿਵੇਂ ਖਾਵੰਦ ਹੋਏ, ਉਹ ਕਹਿੰਦਾ ਕਿ ਮੈਂ ਸਾਰਾ ਕੁਛ ਆਪਣੀ ਬੀਵੀ ਨੂੰ ਜਾਏਗਾ, ਖੁਦਾ ਨਾ ਖਾਸਤਾ ਸਾਡੇ ਦੋਵਾਂ ਨੂੰ ਕੁਛ ਹੋ ਜਾਏ ਫਿਰ ਬੱਚਿਆਂ ਨੂੰ ਜਾਏਗਾ, ਠੀਕ ਹੈ। ਇਹ ਪੈਸਿਆਂ ਦਾ ਹਿਸਾਬ ਕਿਤਾਬ ਹੈ। ਅਗਰ ਤੁਸੀਂ ਵਸੀਅਤ ਨਹੀਂ ਕਰੋਗੇ, ਇੰਝ ਸਿੱਧੀ ਤਰ੍ਹਾਂ ਨਹੀਂ ਜਾਏਗਾ। ਇੱਕ ਹੱਦ ਤੱਕ ਜਾਏਗਾ ਬੀਵੀ ਨੂੰ, ਠੀਕ ਹੈ। ਉਸ ਤੋਂ ਬਾਅਦ ਇੱਕ ਹੱਦ ਤੱਕ ਜਾਏਗਾ ਬੱਚਿਆਂ ਨੂੰ, ਰਾਈਟ। ਤੇ ਅਗਰ ਜਿਵੇਂ ਤੁਸੀਂ ਕਿਸੇ ਹੋਰ ਨੂੰ ਵੀ ਦੇਣੀ ਹੈ, ਰਾਈਟ, ਫਿਰ ਉਹ ਵੀ ਨਹੀਂ ਜਾਏਗਾ ਅਨਲੈਸ ਉਹ ਵਸੀਅਤ 'ਚ ਹੁੰਦਾ ਹੈ। ਤੇ ਵਸੀਅਤ ਇੰਨੀ ਐਕਸਪੈਂਸਿਵ ਨਹੀਂ ਗੀ, ਲੇਕਿਨ ਬਹੁਤ ਜ਼ਰੂਰੀ ਹੈ। ਓਕੇ, ਇਸ ਤੋਂ ਇਲਾਵਾ ਪੈਸਿਆਂ ਨੂੰ ਇੱਕ ਪਾਸੇ ਕਰ ਦਿਓ। ਜ਼ਿਆਦਾ ਜ਼ਰੂਰੀ ਇਹ ਹੈਗੀ ਹੈ ਤੁਸੀਂ ਆਪਣੇ ਬੱਚਿਆਂ ਦਾ ਕੀ ਕਰਨਾ ਹੈ। ਅਗਰ ਤੁਹਾਡੇ ਬੱਚੇ ਜਿਹੜੇ ਨੇ ਦੇ ਆਰ ਅੰਡਰ ਏਜ ਮਾਈਨਰਸ, ਇਹਦਾ ਮਤਲਬ ਆਪਣਾ ਸੰਭਾਲ, ਆਪਣੇ ਆਪ ਦਾ ਖਿਆਲ ਠੀਕ ਹੈ ਰੱਖ ਵੀ ਸਕਦੇ ਨੇ ਅਗਰ ਟੀਨੇਜਰ ਜਾਂ ਵੱਡੇ ਨੇ, ਲੇਕਿਨ ਉਹਨਾਂ ਦੇ ਉੱਤੇ ਇੱਕ ਗਾਰਡੀਅਨ ਆਏਗਾ। ਓਕੇ, ਗਾਰਡੀਅਨ ਬਹੁਤ ਜ਼ਰੂਰੀ ਹੈ। ਉਹਦਾ ਮਤਲਬ ਹੈ ਕਿ ਖੁਦਾ ਨਾ ਖਾਸਤਾ ਮਮ ਐਂਡ ਡੈਡ ਨੂੰ ਕੁਛ ਹੋ ਜਾਏ, ਫਿਰ ਬੱਚਿਆਂ ਦਾ ਕਿੰਨੇ ਖਿਆਲ ਰੱਖਣਾ ਹੈ, ਠੀਕ। ਐਂਡ ਅਗਰ ਤੁਸੀਂ ਸਾਰਿਆਂ ਤੋਂ ਇੰਪੋਰਟੈਂਟ ਚੀਜ਼ ਇਹ ਹੈਗੀ ਹੈ, ਇਸ ਵਾਸਤੇ ਮੈਂ ਕਹਿੰਦਾ ਪੈਸਿਆਂ, ਠੀਕ ਹੈ ਤੁਸੀਂ ਕਹਿੰਦੇ ਹੋ ਪੈਸਿਆਂ ਵਾਸਤੇ ਅਸੀਂ ਫਿਕਰ ਕਰਨੇ ਆ, ਕਰੋ ਜਾਂ ਨਾ ਕਰੋ ਜੋ ਵੀ ਹੈ, ਬੱਚਿਆਂ ਦੀ ਫਿਕਰ ਹੋਣੀ ਚਾਹੀਦੀ ਹੈ। ਉਹਨਾਂ ਦਾ ਖਿਆਲ ਕਿੰਨੇ ਰੱਖਣਾ ਹੈ, ਉਹਨੂੰ ਕਹਿੰਦੇ ਨੇ ਗਾਰਡੀਅਨ, ਦੈਟ ਇਜ਼ ਅਪੁਆਇੰਟਡ ਵਿਦਿਨ ਦ ਵਿਲ। ਅਗਰ ਤੁਹਾਡੀ ਵਸੀਅਤ ਨਹੀਂ ਗੀ, ਕੋਈ ਵੀ ਗਾਰਡੀਅਨ ਹੋ ਸਕਦਾ ਹੈ, ਗੈਰ ਬੰਦਾ ਵੀ ਹੋ ਸਕਦਾ ਹੈ, ਕਿਉਂਕਿ ਕਿੰਨੇ ਫੈਸਲਾ ਕਰਨਾ ਹੈ,
ਫਿਰ ਕੋਰਟ ਡਿਸਾਈਡ ਕਰੇਗੀ। Exactly. ਓਕੇ Exactly. ਸੋ ਹੁਣ ਜਿਹੜੀ ਜਦੋਂ ਤੁਸੀਂ ਵਸੀਅਤ ਲਿਖਣੀ ਹੈਗੀ ਉਸ ਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਕਿਹੜੀ ਚੀਜ਼ਾਂ ਦਾ ਧਿਆਨ ਰੱਖਿਆ ਜਾਏ ਤੇ ਕੀ ਇੱਕ ਵਾਰੀ ਵਸੀਅਤ ਲਿਖੀ ਗਈ ਔਰ ਰੈਲੇਵੈਂਸ ਉਸ ਦੀ ਹਮੇਸ਼ਾ ਹੈਗੀ ਹੈ ਜਾਂ ਇਟ ਹੈਜ਼ ਟੂ ਬੀ ਅਪਡੇਟਡ ਆਲਸੋ? Well, I would recommend it be updated every few years. ਜਿਹੜੀ ਤੁਸੀਂ ਵਸੀਅਤ ਲਿਖੋਗੇ ਉਹਦੇ 'ਚ ਤੁਸੀਂ ਲਿਖੋਗੇ ਕੀ ਕਰਨਾ ਹੈ ਜੀ। ਉਹਦੇ 'ਚ ਤੁਸੀਂ ਪਹਿਲੇ ਲਿਖਣਾ ਕਿ ਆਪਣੇ ਤੁਸੀਂ ਪੈਸਿਆਂ ਦਾ ਕੀ ਕਰਨਾ ਹੈ। ਬੱਚੇ ਅਗਰ ਗਾਰਡੀਅਨਸ ਨੇ, ਗਾਰਡੀਅਨਸ ਦਾ ਕੀ ਹੋਣਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਗਾਰਡੀਅਨਸ ਦੇ ਉੱਤੇ। ਖਾਸ ਤੌਰ ਤੇ ਸਾਡੀ ਕਮਿਊਨਿਟੀ 'ਚ ਆਈ ਐਮ ਵੈਰੀ ਅਨਫੋਰਚੂਨੇਟਲੀ ਇਹ ਹੁੰਦਾ ਹੈ ਜੀ। ਮੈਂ ਵੇਖਿਆ ਹੈ ਇਹ ਹੁੰਦਾ ਕਿ ਬੱਚਿਆਂ ਦਾ, ਤੁਹਾਡੇ ਬੱਚਿਆਂ ਦਾ ਕੋਈ ਨਹੀਂ, ਜਿਹੜੀ ਐਕਸਟੈਂਡਡ ਫੈਮਿਲੀ ਹੈ ਸ਼ਾਇਦ ਇੱਕ ਜਾਂ ਦੋ ਬੰਦੇ ਨੇ ਜਿਹੜਾ ਖਿਆਲ ਰੱਖਦੇ ਨੇ ਜੀ। ਬਾਕੀ ਜਿਹੜੇ ਨੇ ਉਹਨਾਂ ਨੂੰ ਆਪਣੀ ਪਰਵਾਹ ਹੁੰਦੀ ਹੈ ਆਪਣੇ ਬੱਚਿਆਂ ਦੀ। ਕੀ ਹੁੰਦਾ ਅਗਰ ਖੁਦਾ ਨਾ ਖਾਸਤਾ ਕੁਛ ਹੋ ਜਾਏ ਉਹ ਸਾਰੇ ਵਿੱਚ ਪੈ ਜਾਂਦੇ ਨੇ। ਰਾਈਟ। ਅਗਰ ਤੁਹਾਡੀ ਵਸੀਅਤ ਨਹੀਂ ਗੀ, ਜਿਹੜੀ ਕੋਈ ਸਿਸਟਰ ਦੀ ਕਜ਼ਨ ਹੈ, ਐਗਜ਼ਾਮਪਲ ਮੈਂ ਦੇ ਰਿਹਾ, ਰਾਈਟ, ਜਾਂ ਬੀਵੀ ਦੀ ਕਜ਼ਨ ਹੈ, ਉਹਨੇ ਕਦੀ ਪੁੱਛਿਆ ਤੱਕ ਨਹੀਂਗਾ ਤੁਹਾਡੇ ਬੱਚਿਆਂ ਦੇ ਬਾਰੇ 'ਚ ਜੀ। ਉਹਨੇ ਕਹਿਣਾ ਨਹੀਂ ਮੈਂ ਇਨ ਬੱਚਿਆਂ ਨੂੰ ਮੈਂ ਹੀ ਪਾਲਣਾ ਹੈ, ਮੈਂ ਹੀ ਇਹਨਾਂ ਦਾ ਖਿਆਲ ਰੱਖਣਾ ਹੈ। ਰਾਈਟ। ਔਰ ਕਿਵੇਂ ਕਰਨਾ ਹੈ? ਉਹਨਾਂ ਨੇ ਕੋਰਟ 'ਚ ਚਲੇ ਜਾਣਾ ਹੈ, ਉਹਨਾਂ ਨੇ ਕਹਿਣਾ ਸਾਡਾ ਹੱਕ ਹੈ, ਅਸੀਂ ਇਹਨਾਂ ਦਾ ਇੰਨਾ ਖਿਆਲ ਰੱਖਣਾ ਹੈ, ਅਸੀਂ ਇਹਨਾਂ ਦੇ ਫਾਈਨੈਂਸਿਸ ਵੀ ਅਸੀਂ ਇਹਨਾਂ ਨੂੰ ਸੰਭਾਲਣਾ। ਰਾਈਟ। So you have to be very careful. Out of South Asian and Asian community, ਕਿਉਂਕਿ ਸਾਡੇ ਏਸ਼ੀਅਨ ਲੋਕਾਂ ਨਾਲ ਵੀ ਸਾਡੀ ਹੁੰਦੀ ਹੈ, ਇੰਨਾ ਨਹੀਂ ਹੁੰਦਾ। ਲੇਕਿਨ ਅਗਰ ਤੁਹਾਡੀ ਵਸੀਅਤ ਨਹੀਂ ਗੀ, ਗਾਰਡੀਅਨ ਦਾ ਸਿਰਫ ਇਹ ਨਹੀਂਗਾ ਕਿ ਤੁਹਾਡੇ ਬੱਚਿਆਂ ਦਾ ਕੋਈ ਹੋਰ ਖਿਆਲ ਰੱਖ ਸਕਦਾ ਹੈ, ਇਹ ਵੀ ਹੈ ਕਿ ਕੋਈ ਤੁਹਾਡੀ ਕੋਰਟ ਕੇਸ ਬੜੀ ਵੱਡੀ ਹੋ ਸਕਦੀ ਹੈ। ਔਰ ਬਾਕੀ ਉਵੇਂ ਆਈ ਸਟਿਲ ਡੋਂਟ ਅੰਡਰਸਟੈਂਡ ਵਾਈ ਜਿਹੜੀ ਫੈਮਿਲੀ ਮੈਂਬਰਸ ਨੇ ਉਹ ਕਹਿੰਦੇ ਨੇ ਨਹੀਂ ਸਾਡਾ ਹੱਕ ਹੈ ਰਾਈਟ ਇਹਨਾਂ ਦਾ ਬੱਚਿਆਂ ਦਾ ਖਿਆਲ ਰੱਖਣਾ। ਵੈਲ ਆਫ ਕੋਰਸ ਬਾਅਦ ਦੇ ਵਿੱਚ ਤੇ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ, ਦੇयर ਕੈਨ ਬੀ ਮੈਨੀ ਕੰਸੀਡਰੇਸ਼ਨਸ। ਐਗਜ਼ੈਕਟਲੀ। ਓਕੇ, ਹੁਣ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜਾ ਵਿਅਕਤੀ ਨੇ ਵਿਲ ਲਿਖੀ ਹੈ ਉਹ ਇੱਕ ਬੰਦੇ ਨੂੰ ਨਿਯੁਕਤ ਕਰੇ, ਬੱਚਿਆਂ ਦਾ ਹੀ ਅਸੀਂ ਫੋਕਸ ਕਰਕੇ ਗੱਲ ਕਰੀਏ। ਰਾਈਟ। ਤੇ ਆਈ ਥਿੰਕ ਉਹਨੂੰ ਐਗਜ਼ੀਕਿਊਟਰ ਕਹਿੰਦੇ ਆ ਜੀ ਅਸੀਂ। ਐਗਜ਼ੀਕਿਊਟਰ ਜਿਹੜਾ ਹੁੰਦਾ ਉਹ ਇੰਚਾਰਜ ਹੋਏਗਾ ਸਾਰੇ ਪੈਸਿਆਂ ਦਾ ਹਿਸਾਬ ਕਿਤਾਬ ਰੱਖਣ ਦਾ। ਓਕੇ, ਸੋ ਕਿਸੇ ਨੂੰ ਨਾਮਜ਼ਦ ਕਰ ਦਿੱਤਾ ਗਿਆ ਹੈਗਾ ਉਸ ਨਾਂ ਦੇ ਉੱਤੇ, ਹਾਂਜੀ, ਤੇ ਉਹ ਬੰਦਾ ਮਹਿਸੂਸ ਕਰਦਾ ਨਹੀਂ ਮੈਂ ਨਹੀਂ ਬਣਨਾ ਚਾਹੁੰਦਾ, ਤੇ ਕੀ ਇਹ ਉਸ ਵਿੱਚੋਂ ਬਾਹਰ ਨਿਕਲ ਸਕਦਾ? ਨਿਕਲ ਸਕਦੇ ਹੋ, ਨਿਕਲ ਸਕਦੇ ਹੋ, ਬਿਲਕੁਲ ਨਿਕਲ ਸਕਦੇ ਹੋ। ਐਂਡ ਇਸ ਵਾਸਤੇ ਅਸੀਂ ਕਹਿੰਦੇ ਹਾਂ ਜਿਹੜੀ ਵਸੀਅਤ ਤੁਸੀਂ ਬਣਾਉਂਦੇ ਹੋ, ਅਗਰ ਜਿਹੜਾ ਤੁਸੀਂ ਦੋ ਐਗਜ਼ੈਕਟਰ ਵੀ ਪਾ ਸਕਦੇ ਹੋ ਕਿ ਇਨ ਦੀ ਆਲਟਰਨੇਟਿਵ ਕਿ ਅਗਰ ਇੱਕ ਜਿਹੜਾ ਬੰਦਾ ਨਹੀਂ ਚਾਹੁੰਦਾ ਜਾਂ ਆਪਣੇ ਆਪ ਨੂੰ ਕਾਬਲ ਨਹੀਂ ਸਮਝਦਾ ਜਾਂ ਬਹੁਤ ਬਿਜ਼ੀ ਹੁੰਦਾ ਜਾਂ ਕਿਧਰੇ ਹੋਰ ਸ਼ਿਫਟ ਹੋ ਜਾਂਦਾ ਜਾਂ ਜਾਂਦਾ ਕੰਮ ਵਾਸਤੇ, ਉਹ ਅਗਰ ਨਹੀਂ ਕਰ ਸਕਦੇ, ਤੁਹਾਡੇ ਜ਼ੇਨ ਤੋਂ ਇੱਕ ਬੰਦਾ ਨਿਕਲਿਆ ਹੈ ਕਿ ਅੱਛਾ ਇਹਨੂੰ ਅਸੀਂ ਪਾਉਂਦੇ ਹਾਂ, ਇਹ ਇੰਚਾਰਜ ਹੋਏਗਾ। ਰਾਈਟ। ਐਂਡ ਦੈਨ ਫਿਰ ਈਜ਼ੀ ਵੀ ਹੁੰਦਾ ਹੈ। ਨਹੀਂ ਤਾਂ ਫਿਰ ਅਗਰ ਤੁਸੀਂ ਇਨਫ ਪੀਪਲ ਨਹੀਂ ਰੱਖੇ, ਦ ਕੋਰਟ ਵਿਲ ਡਿਸਾਈਡ। ਐਂਡ ਕੋਰਟ ਸਿੱਧੀ ਗੱਲ ਹੈ, ਕੋਰਟ ਤੁਹਾਡੀ ਫੈਮਿਲੀ ਨੂੰ ਨਹੀਂ ਜਾਣਦੀ। ਰਾਈਟ, ਦੈਟਸ ਦ ਬਾਟਮ ਲਾਈਨ। ਰਾਈਟ, ਉਹਨਾਂ ਦੇ ਲਾਅ ਦੇ ਹਿਸਾਬ ਨਾਲ ਜੋ ਹੈ ਕਰਨਾ ਹੈ, ਉਹਨਾਂ ਦੇ ਲਾਅ ਹਿਸਾਬ ਨਾਲ। ਫਿਰ ਕਿਉਂਕਿ ਮੈਂ ਕੋਰਟ 'ਚ ਵੀ ਜਾਂਦਾ ਕੁਆਇਟ ਅ ਬਿਟ। ਰਾਈਟ। ਐਂਡ ਇਹ ਨਹੀਂਗਾ ਕਿ ਜੱਜਸ ਜਿਹੜੇ ਨੇ ਉਹ ਤੁਹਾਡੇ ਖਿਲਾਫ ਜਾਣਾ ਚਾਹੁੰਦੇ ਨੇ ਜਾਂ ਕਮਿਊਨਿਟੀ ਨੂੰ ਨਹੀਂ ਪਸੰਦ ਕਰਦੇ। ਸਿੱਧੀ ਗੱਲ ਹੈ, ਉਹਨਾਂ ਨੂੰ ਲਾਦ ਆਏ ਉਹ ਆਪਣੇ ਤੌਰ ਤੇ ਸੋਚਦੇ ਨੇ। ਰਾਈਟ। ਤੇ ਅਗਰ ਕੋਈ ਬਾਹਰੋਂ ਬੰਦਾ ਖਿੜਕੀ ਤੋਂ ਵੇਖ ਰਿਹਾ ਹੈ ਘਰ 'ਚ, ਉਹਨੂੰ ਕੀ ਨਜ਼ਰ ਆਉਣਾ ਹੈ? ਐਬਸੋਲੂਟਲੀ। ਸੋ ਇਹਦੇ ਵਿੱਚ ਹੁਣ ਸੁਲੇਮਾਨ ਇਹ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਹੈਗੇ ਹੋ ਤੇ ਜਿਹੜਾ ਆਪਣੀ ਕਮਿਊਨਿਟੀ ਨਾਲ ਕਿਉਂਕਿ ਅਸੀਂ ਫੋਕਸ ਹੋ ਕੇ ਗੱਲਬਾਤ ਕਰ ਰਹੇ ਹਾਂ, ਤੇ ਉਹਦੇ ਵਿੱਚ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਕਿ ਸਹੀ ਵਿਲ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਕਿਸ ਤਰੀਕੇ ਦੀ ਸਹੀ ਵਿਲ ਹੋਣੀ ਚਾਹੀਦੀ ਜਿਹਦੇ ਨਾਲ ਕਿ ਅਸੀਂ ਕੁਝ ਨਾ ਕੁਝ ਉਹਦਾ ਬੈਨੀਫਿਟ ਲੈ ਸਕਨੇ। ਇਹਦੇ ਬਾਰੇ ਗੱਲਬਾਤ ਕਰਨੇ ਆ ਇਸ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਤੇ ਸਾਨੂੰ ਵਿਸਥਾਰ ਵਿੱਚ ਦੱਸੋ ਕਿ ਕਿਹੜੇ ਹਿੰਡਰੈਂਸਿਸ ਨੇ, ਕਿਹੜੇ ਐਕਸਪੀਰੀਐਂਸਿਸ ਤੁਹਾਡੇ ਨੇ ਜਿਨ੍ਹਾਂ ਤੋਂ ਆਮ ਜਨਤਾ ਫਾਇਦਾ ਲੈ ਸਕਦੀ ਹੈ ਇਸ ਬ੍ਰੇਕ ਤੋਂ ਬਾਅਦ। ਥੈਂਕ ਯੂ। ਸਟੇਟ ਪਲਾਨਿੰਗ ਦੀ ਜੋ ਇੰਪੋਰਟੈਂਸ ਹੈ ਜੀ, ਇਸ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਸੁਲੇਮਾਨ ਹਾਸ਼ਮੀ ਜਿਹੜੇ ਕਿ ਇੱਕ ਨਾਮਵਰ ਲਾਇਰ ਨੇ ਸਾਨੂੰ ਦੱਸ ਰਹੇ ਨੇ ਕਿ ਕਿਹੜੀ ਚੀਜ਼ਾਂ ਦਾ ਧਿਆਨ ਰੱਖਿਆ ਜਾਏ। ਆਓ ਕੁਝ ਹੋਰ ਗੱਲਬਾਤ ਕਰਦੇ ਹਾਂ ਕਿ ਇਹਨਾਂ ਦੇ ਐਕਸਪੀਰੀਅੰਸ ਤੋਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਏ ਜਦੋਂ ਅਸੀਂ ਕਿਸੇ ਨੂੰ ਅਪਾਇੰਟ ਕਰਨਾ ਹੈ। ਤੇ ਸੈਕੰਡਲੀ ਵਿਲ ਦੀ ਬਾਰੇ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਯਾਨੀ ਕਿ ਵਸੀਅਤ ਦੀ, ਉਸ ਬਾਰੇ ਉਸਦੀ ਕਿੰਨੀ ਕੋਈ ਰੈਲੇਵੈਂਸ ਹੈਗੀ ਹੈ, ਕਿੰਨੀ ਦੇਰ ਚੱਲਦੀ ਹੈ, ਇਹ ਸਾਰੇ ਬੇਸਿਕ ਸਵਾਲ ਜਿਹੜੇ ਨੇ ਉਹਦੇ ਬਾਰੇ ਜਾਣਕਾਰੀ ਲੈਣੇ ਜੀ। ਸੋ ਕੀ ਕਰਨ ਦੀ ਲੋੜ ਹੈ? ਸੋ ਇਹਦੇ ਉੱਤੇ ਇਹ ਹੈ ਤੇ ਕਿ ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਕਈ ਵਾਰ ਲੋਕ ਕਹਿੰਦੇ ਨੇ ਐਗਜ਼ੀਕਿਊਟਰ ਜਿਹੜਾ ਸਾਰੇ ਪੈਸਿਆਂ ਦਾ ਹਿਸਾਬ ਰੱਖੇਗਾ ਉਹ ਸੇਮ ਹੋਏਗਾ ਗਾਰਡੀਅਨ ਤੋਂ। ਗਾਰਡੀਅਨ ਜਿਹੜਾ ਬੱਚਿਆਂ ਨੂੰ ਖਿਆਲ ਰੱਖੇਗਾ, ਬੱਚਿਆਂ ਦਾ ਖਿਆਲ ਰੱਖੇਗਾ। ਐਗਜ਼ੀਕਿਊਟਰ ਜਿਹੜਾ ਹੈ ਉਹਨੂੰ ਪੈਸਿਆਂ ਦਾ ਪਤਾ ਹੈ। ਓਕੇ, ਸ਼ਾਇਦ ਉਹਨਾਂ ਦੀ ਸ਼ਾਦੀ ਵੀ ਨਹੀਂ ਹੋਈ, ਸ਼ਾਇਦ ਉਹਨਾਂ ਦੇ ਬੱਚੇ ਨੇਗੇ, ਸ਼ਾਇਦ ਉਹ ਆਪਣਾ ਰਾਤ ਜਾ ਕੇ ਆਪਣਾ ਜੋ ਵੀ ਜਾਂਦੇ ਨੇ ਆਪਣੀ ਪਾਰਟੀ ਵਗੈਰਾ ਕਰਦੇ ਨੇ, ਲੇਕਿਨ ਅਗਰ ਉਹਨਾਂ ਨੂੰ ਪੈਸਿਆਂ ਦਾ ਪਤਾ ਹੈ, ਇਫ ਦੇ ਆਰ ਗੁੱਡ ਬਿਜ਼ਨਸ ਪੀਪਲ, ਤੇ ਅਗਰ ਉਹ ਟਰਸਟਵਰਦੀ ਨੇ, ਉਹ ਇੰਚਾਰਜ ਬਿਹਤਰ ਹੋਣਗੇ ਤੁਹਾਡੇ ਐਗਜ਼ੀਕਿਊਟਰ ਬਣਨ ਵਾਸਤੇ ਕਿ ਸਾਰਾ ਹਿਸਾਬ ਕਿਤਾਬ ਰੱਖਣ ਦਾ।
ਕਿ ਅਸੀਂ ਇਹ ਕਿਹਾ ਇੰਨੇ ਪੈਸੇ ਇਹਨੂੰ ਜਾਣੇ ਨੇ, ਇੰਨੇ ਪੈਸੇ ਇਹਨੂੰ ਜਾਣੇ ਨੇ, ਇੰਨੇ ਪੈਸੇ ਮੈਂ ਚੈਰਿਟੀ 'ਚ ਦੇਣੇ ਨੇ, ਰਾਈਟ, ਜਾਂ ਇਹਨੂੰ ਖਾਸ ਮੈਂ ਗਿਫਟ ਦੇਣਾ ਹੈ, ਇਹ ਸਾਰਾ ਕੁਝ ਉਹ ਕਰੇਗਾ। ਲੇਕਿਨ ਉਹ ਸ਼ਾਇਦ ਤੁਹਾਡੀ ਰਿਕਮੈਂਡੇਸ਼ਨ ਹੋਏਗੀ ਕਿ ਜਿਹੜਾ ਵਿਅਕਤੀ ਨੂੰ ਫਾਈਨੈਂਸ਼ੀਅਲ ਨੌਲੇਜ ਹੈਗੀ ਹੈ ਉਸ ਨੂੰ ਹੀ ਨਿਯੁਕਤ ਕਰਨਾ ਚਾਹੀਦਾ ਐਜ਼ ਐਗਜ਼ੀਕਿਊਟਿਵ? ਐਬਸੋਲੂਟਲੀ, ਔਰ ਜਿਹੜੇ ਮੈਚੁਰਡ ਹੋਣ, ਜਿਨ੍ਹਾਂ ਦੇ ਉੱਤੇ ਤੁਸੀਂ ਟਰਸਟ ਕਰ ਸਕਦੇ ਹੋ। ਓਕੇ, ਐਂਡ ਦੈਨ ਫਿਰ ਜਿਹੜਾ ਗਾਰਡੀਅਨ ਹੈ ਬੱਚਿਆਂ ਦਾ, ਕਈ ਵਾਰ ਜਿਹੜੇ ਉਹ ਬੱਚਿਆਂ ਦਾ ਖਿਆਲ ਰੱਖ ਸਕਦੇ ਨੇ, ਉਹ ਬੱਚਿਆਂ ਦਾ ਬਹੁਤ ਪਿਆਰ ਨਾਲ ਬਹੁਤ ਖਿਆਲ ਰੱਖਣਗੇ, ਲੇਕਿਨ ਉਹਨਾਂ ਨੂੰ ਪੈਸਿਆਂ ਦਾ ਇੱਕ ਟੁਕੜੇ ਦੇ ਬਾਰੇ 'ਚ ਨਹੀਂ ਪਤਾ। ਐਗਜ਼ੈਕਟਲੀ, ਸੋ ਉਹਨਾਂ ਨੂੰ ਤੁਸੀਂ ਬੱਚਿਆਂ ਦੇ ਇੰਚਾਰਜ ਕਰੋ, ਗਾਰਡੀਅਨ। ਅਗਰ ਤੁਸੀਂ ਸਮਝਦੇ ਹੋ ਕਿ ਜਿਹੜਾ ਗਾਰਡੀਅਨ ਤੇ ਐਗਜ਼ੈਕਟਰ ਇੱਕੋ ਹੀ ਬੰਦਾ ਹੋ ਸਕਦੇ ਨੇ, ਕਈ ਵਾਰ ਹੁੰਦੇ ਨੇ, ਤੁਸੀਂ ਕਰ ਲਓ, ਨੋ ਪ੍ਰੋਬਲਮ, ਠੀਕ ਹੈ। ਦੈਟ ਵਾਸ ਦ ਫਰਸਟ ਪਾਰਟ ਆਫ ਯੂਰ ਕੁਐਸਚਨ। ਸੈਕੰਡ ਪਾਰਟ ਤੁਸੀਂ ਪੁੱਛਿਆ ਸੀ ਕਿ ਕਿੰਨੀ ਦੇਰ ਇਹ ਚੱਲਦਾ ਹੈ ਵਿਲ। ਜਿੰਨੀ ਦੇਰ ਤੁਹਾਡਾ ਇੱਕੋ ਹੀ ਵਿਲ ਹੈ, ਇਟ ਵਿਲ ਬੀ ਵੈਲਿਡ, ਓਕੇ, unless you revoke it, okay, ਠੀਕ ਹੈ। ਇੱਕ ਤੇ ਤੁਸੀਂ ਰਿਵੋਕ ਕਰਨਾ ਹੈ ਕਿ ਅਸੀਂ ਇਸ ਵਸੀਅਤ ਨੂੰ ਨਹੀਂ ਕਰਨਾ, ਅਸੀਂ ਇੱਕ ਹੋਰ ਬਣਾਈਏ, ਐਂਡ ਨੰਬਰ 2 you should destroy it, ਓਕੇ। ਤੁਹਾਨੂੰ ਜਾਂ ਉਹਨੂੰ ਪ੍ਰੋਪਰਲੀ ਸ਼ਰੈਡ ਕਰਨਾ ਚਾਹੀਦਾ ਹੈ ਜਾਂ ਜਲਾ ਦੇਣਾ ਚਾਹੀਦਾ ਹੈ। ਕੀ ਵਿਲ ਜਿਹੜੀ ਅਸੀਂ ਕੈਨੇਡਾ ਵਿੱਚ ਅੱਜ ਬੈਠ ਕੇ ਜਿਹੜੀ ਗੱਲ ਕਰ ਰਹੇ ਹਾਂ, ਇਹ ਸਿਰਫ ਕੈਨੇਡਾ ਤੇ ਹੀ ਲਾਗੂ ਹੁੰਦੀ ਹੈ? ਤੁਸੀਂ ਹਿੰਦੁਸਤਾਨ ਜਾਂ ਪਾਕਿਸਤਾਨ 'ਚ ਕੋਈ ਵਿਲ ਲਿਖੀ ਸੀ, ਉਹ ਇੱਥੇ ਵੈਲਿਡ ਹੈਗੀ? ਵੈਰੀ ਗੁੱਡ ਕੁਐਸਚਨ। ਬੇਸਿਕਲੀ ਜਿਹੜੀ ਵਸੀਅਤ ਇੱਥੇ ਦੀ ਹੈ, ਤੁਸੀਂ ਕੋਰਟ 'ਚ ਜਾ ਕੇ, ਜਿਹੜੀ ਇੱਥੇ ਦੀ ਵਸੀਅਤ ਹੈ ਉਹ ਹੀ ਚੱਲੇਗੀ ਜੀ। ਤੁਸੀਂ ਕੋਰਟ 'ਚ ਜਾ ਕੇ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਦੂਜੀ ਵਸੀਅਤ ਨੂੰ ਚਲਾਉਣ ਵਾਸਤੇ, ਬਟ ਇਟ ਇਜ਼ ਵੈਰੀ ਡਿਫਿਕਲਟ ਐਂਡ ਇਟਸ ਨਾਟ, ਮੋਸਟ ਆਫਨ ਇਟ ਇਜ਼ ਨਾਟ ਸਕਸੈਸਫੁਲ, ਬਿਕਾਜ਼ ਉਹ ਜਿਹੜੀ ਇੰਡੀਆ ਪਾਕਿਸਤਾਨ ਦੀ ਜਿਹੜੀ ਡਾਕੂਮੈਂਟਸ ਦੀ ਸਿਕਿਉਰਿਟੀ ਹੈ, ਟੂ ਬੀ ਆਨੈਸਟ, ਇਟਸ not as good as ਜਿਹੜੇ ਡਾਕੂਮੈਂਟਸ ਇੱਥੇ ਬਣਦੇ ਨੇ। ਓਕੇ, ਸੋ ਨਾ ਹੁਣ ਸਿਕਿਉਰਿਟੀ ਦੀ ਗੱਲ ਕਰਦੇ ਹੈਗੇ ਆ, ਕਿਵੇਂ ਇਹ ਯਕੀਨੀ ਬਣਾਇਆ ਜਾਏ ਕਿ ਉਹ ਜਿਹੜੀ ਵਿਲ ਤੁਹਾਡੀ ਹੈ ਉਹ ਫੋਰਜ ਨਾ ਹੋ ਜਾਏ? ਉਹਦੇ ਵਾਸਤੇ ਜਦੋਂ ਤੁਸੀਂ ਕੋਈ ਵਿਲ ਲਿਖ ਲਈਏ, ਕਿਸੇ ਲਾਇਰ ਕੋਲ ਜਾ ਕੇ ਤੁਸੀਂ ਲਿਖਵਾ ਲਈਏ, ਤਾਂ ਉਸ ਤੋਂ ਬਾਅਦ ਫਿਰ ਉਹਨੂੰ ਕੀ ਕਰੋ? ਕੀ ਘਰ 'ਚ ਜਾ ਕੇ ਰੱਖ ਦਿਓ ਜਾਂ ਉਹਨੂੰ ਕੀ ਕਰੋ? ਵੈਰੀ ਗੁੱਡ ਕੁਐਸਚਨ, ਐਂਡ ਇਹ ਕੁਐਸਚਨ ਮੇਰੇ ਜ਼ਿਹਨ 'ਚ ਆ ਰਿਹਾ ਸੀ, ਚੰਗਾ ਤੁਸੀਂ ਪੁੱਛ ਲਿਆ। ਜਦੋਂ ਤੁਸੀਂ ਵਸੀਅਤ ਬਣਾ ਲੈਂਦੇ ਹੋ, ਜਿਵੇਂ ਅਸੀਂ ਬਣਾਉਂਦੇ ਹਾਂ ਸਾਡੇ ਆਫਿਸ 'ਚ, ਅਸੀਂ ਓਰੀਜਨਲ ਕਾਪੀ ਜਿਹੜੀ ਹੈ ਤੁਹਾਨੂੰ ਦੇਵਾਂਗੇ, ਓਕੇ, ਕਿ ਇਹ ਤੁਹਾਡੀ ਵਸੀਅਤ, ਇਹਨੂੰ ਗਵਾਉਣਾ ਨਹੀਂਗਾ ਜੀ। ਚਾਹੇ ਸਾਡੇ ਕੋਲ ਕਾਪੀ ਵੀ ਹੈ, ਅਸੀਂ ਰੱਖਾਂਗੇ, ਤੁਹਾਨੂੰ ਕਾਪੀ ਵੀ ਦੇ ਦੇਵਾਂਗੇ। ਅਗਰ ਇਹ ਕਾਪੀ ਓਰੀਜਨਲ ਜਿਹੜਾ ਕਿਧਰੇ ਗਾਇਬ ਹੋ ਜਾਏ, ਫਿਰ ਉਸ ਤੋਂ ਬਾਅਦ ਜਿਹੜਾ ਐਗਜ਼ੈਕਟਰਸ਼ਿਪ ਜਿਹੜਾ ਹੈ ਉਹ ਬੜਾ ਮੁਸ਼ਕਿਲ ਹੋ ਜਾਏਗਾ, ਓਕੇ, ਬਿਕਾਜ਼ all system it's a complicated system, but I can tell you about it, but probably not right now. Okay. Jerry, after the trusteeship is formed, lekin kithe rakho? Agar todi safety deposit box hai bank che, ਉੱਥੇ ਤੁਸੀਂ ਰੱਖ ਸਕਦੇ ਹੋ ਜੀ। ਅਗਰ ਤੁਹਾਡੀ ਕੋਈ ਘਰ 'ਚ ਫਾਇਰ ਪ੍ਰੂਫ ਸੇਫ ਹੈ ਜੀ, ਇਟ ਮਸਟ ਬੀ ਫਾਇਰ ਪ੍ਰੂਫ, ਕਿ ਖੁਦਾ ਨਾ ਖਾਸਤਾ ਅਗਰ ਕੋਈ ਅੱਗ ਵਗੈਰਾ ਲੱਗ ਜਾਏ, ਮੈਂ ਇਹ ਨਹੀਂ ਕਹਿ ਰਿਹਾ ਕਿ ਤੁਹਾਡਾ ਪੂਰਾ ਘਰ ਜਲ ਜਾਏਗਾ, ਲੇਕਿਨ ਹੋ ਜਾਂਦੀਆਂ ਚੀਜ਼ਾਂ ਘਰ 'ਚ, then it's safe. Right. Yeah, and this is an interesting one. ਲੇਕਿਨ ਮੈਂ ਕਹਿਣਾ ਲੋਕਾਂ ਨੂੰ, ਅਗਰ ਤੁਸੀਂ ਉਹ ਵਸੀਅਤ ਜਿਹੜੀ ਹੈ ਉਹਨੂੰ ਜ਼ਿਪਲਾਕ ਬੈਗ 'ਚ ਰੱਖਦੇ ਹੋ, ਜ਼ਿਪਲਾਕ ਨੂੰ ਠੀਕ ਤਰ੍ਹਾਂ ਬੰਦ ਕਰਦੇ ਹੋ ਜੀ, ਫਰੀਜ਼ਰ 'ਚ ਰੱਖ ਲਓ, ਰਾਈਟ, ਉੱਥੇ ਸਹੀ ਰਹਿੰਦੀ ਹੈ। ਓਕੇ, ਪਰ ਕੀ ਇਹ ਇਸ ਨੂੰ ਰਜਿਸਟਰ ਕਰਾਉਣ ਦੀ ਲੋੜ ਹੈ ਸਰਕਾਰ ਨਾਲ? ਰਜਿਸਟਰ ਦੀ ਵੀ ਮੈਂ ਗੱਲ ਕਰਨਾ ਜੀ, ਲੇਕਿਨ ਮੈਂ ਇਹ ਆਪਣੀ ਗੱਲ ਤੇ ਖਤਮ ਕਰਾਂ ਕਿ ਅਗਰ ਤੁਸੀਂ ਫਰੀਜ਼ਰ 'ਚ, ਇਟਸ ਮੇਬੀ ਨਾਟ ਸਿਕਿਉਰ, ਲੇਕਿਨ ਇਟਸ ਫਾਇਰ ਪ੍ਰੂਫ, ਤੇ ਕਈ ਲੋਕਾਂ ਨੂੰ ਪਤਾ ਨਹੀਂ ਹੁੰਦਾ, ਇਟਸ ਨਾਟ ਅ ਬੈਡ ਪਲੇਸ। ਓਕੇ, ਅੱਛਾ, ਰਜਿਸਟ੍ਰੇਸ਼ਨ ਤੇ ਆਉਂਦੇ ਆ ਜੀ। ਰਜਿਸਟ੍ਰੇਸ਼ਨ ਇਜ਼ ਅ ਗੁੱਡ ਆਈਡੀਆ। ਰਜਿਸਟ੍ਰੇਸ਼ਨ ਦਾ ਇਹ ਮਤਲਬ ਹੈ ਕਿ ਤੁਸੀਂ ਆਪਣੀ ਵਸੀਅਤ ਬਣਾਉਂਦੇ ਹੋ ਵਕੀਲ ਦੇ ਆਫਿਸ 'ਚ, ਲੇਕਿਨ ਉਹ ਤੁਸੀਂ ਗਵਰਨਮੈਂਟ 'ਚ ਵਿਕਟੋਰੀਆ 'ਚ ਰਜਿਸਟਰ ਕਰਦੇ ਹੋ। ਇਹਦਾ ਇਹ ਮਤਲਬ ਕਿ ਉਹਨਾਂ ਨੂੰ ਪਤਾ ਹੈ, ਜਿਨ੍ਹਾਂ ਨੇ ਕਾਨੂੰਨ ਬਣਾਇਆ ਹੈ, ਜੱਜਸ ਵਗੈਰਾ ਨੂੰ ਜਦੋਂ ਉਹਨਾਂ ਨੇ ਵੇਖਣਾ, ਵਕੀਲ ਵਗੈਰਾ ਨੂੰ ਪਤਾ ਕਿ ਇਹਨਾਂ ਨੇ ਵਸੀਅਤ ਬਣਾਈ ਹੈ ਇੱਥੇ ਵੇ, ਅਤੇ ਇਸ ਵਕਤ ਇਹਨਾਂ ਨੇ ਬਣਾਈ ਸੀ ਜੀ। ਇਸ ਤੋਂ ਫਰਾਡ ਵੀ ਬਚਦਾ ਹੈ। ਨੰਬਰ 1, ਅਗਰ ਕੋਈ ਕਹਿ ਦੇ, ਜਿਵੇਂ ਤੁਸੀਂ ਕਿਹਾ ਕਿ ਇਹ ਇਹਦੀ ਵਸੀਅਤ ਹੈ, well, it's not registered. Right. ਇਹ ਨਹੀਂਗਾ ਕਿ it will be investigated. ਲੇਕਿਨ ਫਿਰ ਇਹ ਫਰਾਡ ਵੀ ਫੜਿਆ ਜਾਂਦਾ ਹੈ। ਨੰਬਰ 1, ਨੰਬਰ 2, ਇੱਕ ਰੈਕਰਡ ਬਣਦਾ ਕਿ ਇਹਦੀ ਵਸੀਅਤ ਹੈਗੀ ਹੈ। ਰਾਈਟ। ਵੈਰੀ ਇੰਪੋਰਟੈਂਟ। ਇੰਡੀਆ ਪਾਕਿਸਤਾਨ 'ਚ ਇਹ ਹੁੰਦਾ ਸੀ ਕਿ ਜਿਹੜੇ ਪੇਪਰਸ ਹੁੰਦੇ ਸੀ, ਜੁਡੀਸ਼ੀਅਲ ਪੇਪਰ ਅਸੀਂ ਉਹਨੂੰ ਕਹਿੰਦੇ, ਸਟੈਂਪ ਪੇਪਰ ਜਿਹੜੇ ਕਹਿੰਦੇ, ਪਰ ਇੱਥੇ ਤਾਂ ਉਹੋ ਜਿਹਾ ਕੋਈ ਸਿਸਟਮ ਨਹੀਂ ਹੈ। ਸੋ ਕੀ ਨਾਰਮਲ ਪੀਸ ਆਫ ਪੇਪਰ ਦੇ ਉੱਤੇ ਤੁਸੀਂ ਲਿਖ ਕੇ, ਸਾਈਨ ਕਰਕੇ, ਗਾਰੰਟੀ ਪਵਾ ਕੇ, ਵਿਟਨੈਸਿਸ ਪਵਾ ਕੇ ਜਿਹੜਾ ਹੈਗਾ ਕਰ ਲਓ, ਤਾਂ ਦੈਟ ਇਜ਼ ਵੈਲਿਡ? ਇਟਸ ਇੰਟਰਸਟਿੰਗ ਤੁਸੀਂ ਇਹ ਸਵਾਲ ਕੀਤਾ ਹੈ। ਅਕਸਰ ਇਹ ਹੁੰਦਾ ਹੈ, ਕਈ ਵਾਰ ਸਾਡੇ ਕਲਾਇੰਟ ਸਾਨੂੰ ਫੋਨ ਆਉਂਦੇ ਨੇ ਕਿ ਭਾਜੀ ਅਸੀਂ ਵਸੀਅਤ ਬਣਾਈ ਹੈ ਅਤੇ ਅਸੀਂ ਬਸ ਤੁਹਾਡੇ ਸਾਈਨ ਲੈਣੇ ਨੇ ਜੀ। ਆਈ ਵੁੱਡ ਸੇ ਨੋ ਵੇ। ਅਕਸਰ ਜਿਹੜੇ ਵਕੀਲ ਵਗੈਰਾ ਅਤੇ ਨੋਟਰੀ ਵਗੈਰਾ ਜਿਹੜੇ ਨੇ, ਉਹਨਾਂ ਨੇ ਕਹਿਣਾ ਨੋ ਵੇ। ਆਈ ਡੋਨਟ ਨੋ ਅਬਾਊਟ ਨੋਟਰੀ, ਬਟ ਵਕੀਲ ਜਿਹੜੇ ਨੇ, ਕਿਉਂਕਿ ਜਦੋਂ ਅਸੀਂ ਸਾਈਨ ਕਰਕੇ ਆਪਣੀ ਮੋਹਰ ਲਾਉਂਦੇ ਹਾਂ, ਦੈਨ
it is implied That it ਕਿ was in front of you. ਕਿ ਅਸੀਂ ਇਹਨੂੰ ਰਿਵਿਊ ਵੀ ਕੀਤਾ ਹੈ Right. ਚਾਹੇ ਅਸੀਂ ਕਹਿ ਵੀ ਦੇ ਕਿ ਨਹੀਂ ਜੀ ਅਸੀਂ ਨਹੀਂ ਕੀਤਾ ਜੀ ਲੋਕੀ ਜਿਹੜੇ ਜੱਜ ਨੇ ਉਹ ਕਹਿੰਦੇ ਨੇ ਫਿਰ ਤੁਸੀਂ ਕਿਉਂ ਨਹੀਂ ਕੀਤਾ Right. ਇਟਸ ਇੰਪਲਾਈਡ ਕਿ ਚੈੱਕ ਜੋ ਕੀਤਾ ਹੈ। ਇਸ ਵਾਸਤੇ ਕਈ ਲੋਕੀ ਫੋਨ ਕਰਦੇ ਨੇ ਕਿ ਵਸੀਅਤ ਜਿਹੜਾ ਸਟੈਂਪ ਵਗੈਰਾ ਤੁਸੀਂ ਲਾ ਦਿਓ ਵੀ ਕੈਨਟ ਡੂ ਇਟ। ਰਾਈਟ ਸੋ ਇਟ ਹੈਜ਼ ਟੂ ਬੀ ਇਨ ਫਰੰਟ ਆਫ ਯੂ ਐਬਸੋਲੂਟਲੀ ਰਿਟਨ ਬਾਈ ਯੂ ਐਂਡ ਵਿਟਨੈਸ ਵੀ ਜਿਹੜੇ ਨੇ ਤੁਹਾਡੇ ਸਾਹਮਣੇ ਹੋਣਗੇ। ਬਿਲਕੁਲ। ਇਹ ਸਾਰੀ ਚੀਜ਼ਾਂ ਤਦ ਹੀ ਵੈਲਿਡ ਹੋਏਗੀ। ਓਕੇ ਵਿਦ ਯੋਰ ਐਕਸਪੀਰੀਅੰਸ ਜੋ ਪ੍ਰੋਬਲਮਸ ਆ ਰਹੀਆਂ ਹੈਗੀਆਂ ਨੇ ਉਹਦੇ ਬਾਰੇ ਬਰੀਫਲੀ ਮੈਂ ਚਾਹਾਂਗਾ ਕਿ ਟੱਚ ਕਰਕੇ ਜਿਹੜੇ ਤੁਸੀਂ ਦੇਖਦੇ ਹੋ ਜਿੱਤੋਂ ਕਿ ਲੋਕ ਨਾ ਉਸ ਚੀਜ਼ ਫਸ ਜਾਣ, ਕੀ ਕਹਿਣਾ ਚਾਹੋਗੇ ਅਖੀਰ ਵਿੱਚ? ਬਹੁਤ ਪ੍ਰੋਬਲਮ ਹੁੰਦੇ ਨੇ ਭਾਈ ਸਪੈਸ਼ਲੀ ਰੱਬ ਦਾ ਬੜਾ ਸ਼ੁਕਰ ਹੈ ਲੋਕੀ ਇੱਥੇ ਆਏ ਨੇ ਖਾਲੀ ਹੱਥ ਆਏ ਨੇ ਖਾਲੀ ਜੇਬ ਆਏ ਨੇ ਬਹੁਤ ਤਰੱਕੀ ਕੀਤੀ ਹੈ ਜੀ ਪੈਸਿਆਂ 'ਚ ਵੀ ਸੋਸਾਇਟੀ 'ਚ ਵੀ ਮੈਨੂੰ ਖੁਸ਼ੀ ਹੋਈ ਹੈ। ਲੇਕਿਨ ਇਹ ਹੁੰਦਾ ਕਿ ਜਦੋਂ ਬੰਦੇ ਦੇ ਕੋਲ ਪੈਸੇ ਬਹੁਤ ਜ਼ਿਆਦਾ ਹੋ ਜਾਂਦੇ ਨੇ ਕਈ ਲੋਕਾਂ ਦੀਆਂ ਨਜ਼ਰਾਂ ਖਰਾਬ ਹੋ ਜਾਂਦੀਆਂ ਨੇ ਜੀ ਕਈ ਲੋਕਾਂ ਦੀਆਂ ਨੀਤਾਂ ਇਰਾਦੇ ਵਗੈਰਾ ਨੇ ਉਹ ਖਰਾਬ ਹੋ ਜਾਂਦੇ ਨੇ। ਇਸ ਵਾਸਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਵਸੀਅਤ ਕਰੋ। ਰਾਈਟ ਵਸੀਅਤ 'ਚ ਤੁਸੀਂ ਸੋਚ ਸਮਝ ਕੇ ਰੱਖੋ ਕਿ ਤੁਸੀਂ ਕਿਹਨੂੰ ਜ਼ਿੰਮੇਵਾਰੀ ਦੇਣੀ ਹੈ। ਠੀਕ ਉਹਨਾਂ ਦਾ ਕੰਮ ਹੈ ਇਹ ਨਹੀਂ ਗਾ ਰਾਈਟ ਟਰਸਟੀ ਬਣਨਾ ਇੰਨਾ ਆਸਾਨ ਕੰਮ ਨਹੀਂ ਗਾ ਜੀ ਤੇ ਉਹਨਾਂ ਨੂੰ ਕੰਪਨਸੇਸ਼ਨ ਮਿਲ ਸਕਦੀ ਹੈ। ਯੂ ਕੈਨ ਗੈਟ 1 to 2% ਆਫ ਦੀ estate ਅਕਸਰ ਲੋਕਾਂ ਨੂੰ ਨਹੀਂ ਪਤਾ ਇਸ ਚੀਜ਼ ਦਾ but you can get that legally ਲੇਕਿਨ ਅਕਸਰ ਲੋਕੀ ਨਹੀਂ ਲੈਂਦੇ ਉਹ ਕਹਿੰਦੇ ਨੇ ਇਹ ਜਿਵੇਂ ਭਰਾ ਇਹਨੇ ਸਾਰਾ ਕੁਝ ਕੀਤਾ ਇੰਦਾ ਹੀ ਹੈ। So those are the things you have to look at. Number one, financial, and very important. ਆਪਣੇ ਬੱਚਿਆਂ ਦਾ ਮੈਂ ਤੇ ਕਹਿੰਦਾ ਲੋਕਾਂ ਨੂੰ ਮੈਂ ਪਹਿਲੇ ਲੋਕਾਂ ਨੂੰ ਕਹਿੰਦਾ ਵੀ ਨਹੀਂ ਸੀ ਕਿ ਵਸੀਅਤ ਇਹ ਨਾ ਕਰੋ ਜੀ ਕਿਉਂਕਿ ਮੈਂ ਨਹੀਂ ਕਹਿਣਾ ਚਾਹੁੰਦਾ ਸੀ ਕਿ ਤੁਸੀਂ ਸਾਡੇ ਕੋਲ ਆਓ ਔਰ ਕੰਮ ਕਰਾਓ ਸਾਡੇ ਬੇਸਿਕਲੀ ਪੈਸੇ ਬਣਨ ਰਾਈਟ। ਲੇਕਿਨ ਹੁਣ ਜਿਹੜਾ ਲਿਟੀਗੇਸ਼ਨ ਕੀਤੀ ਹੈ ਰਾਈਟ if you don't have a ਵਸੀਅਤ ਮੇਰਾ ਐਕਸਪੀਰੀਅੰਸ ਹੈ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ ਐਂਡ ਇਟਸ ਵੈਰੀ ਐਕਸਪੈਂਸਿਵ ਇਹਦਾ ਨੁਕਸਾਨ ਹੀ ਹੁੰਦਾ ਹੈ ਕਿਉਂਕਿ ਜਿਵੇਂ ਵਕੀਲ ਜਿਹੜਾ if you pay him hourly it's $200-300 an hour ਜਿਹੜੀ ਵਸੀਅਤ ਹੈ ਉਹ ਅਗਰ ਤੁਸੀਂ ਕੋਰਟ 'ਚ ਜਾਓ it's going to be over $1,000 $2,000-3,000 easily ਓਕੇ ਸੋ ਇਸ ਵਾਸਤੇ ਛੋਟੇ ਜਿਹੇ ਪੈਸੇ ਖਰਚ ਕਰਕੇ ਤੁਹਾਨੂੰ ਵਸੀਅਤ ਬਣਾ ਲੈਣੀ ਚਾਹੀਦੀ ਹੈ ਬਹੁਤ ਫਾਇਦਾ ਹੋਏਗਾ। ਧੰਨਵਾਦ ਜੀ ਥੈਂਕ ਯੂ ਫॉर ਦਿਸ ਇੰਪੋਰਟੈਂਟ ਇਨਫੋਰਮੇਸ਼ਨ ਥੈਂਕ ਯੂ ਭਾਈ।